Good morning students. Now we will start our chapter number 5th ਜਿਹਦਾ ਨਾਮ ਹੈਗਾ ਸੈਂਟਰਲ ਬੈਂਕ ਐਂਡ ਦਾ ਕਮਰਸ਼ੀਅਲ ਬੈਂਕ। ਅੱਜ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ ਵੀ ਸੈਂਟਰਲ ਬੈਂਕ ਕੀ ਹੁੰਦਾ। ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋਡਕਸ਼ਨ ਦੈਨ ਮੀਨਿੰਗ ਡੈਫੀਨੇਸ਼ਨ ਤੇ ਇਹਦੇ ਫੰਕਸ਼ਨਸ ਦੇਖਾਂਗੇ ਵੀ ਸੈਂਟਰਲ ਬੈਂਕ ਦੇ ਕੀ ਫੰਕਸ਼ਨ ਆ ਕੀ ਕੰਮ ਆ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸੈਂਟਰਲ ਬੈਂਕ ਕਿਹਨੂੰ ਕਹਿੰਦੇ ਆ। ਦੇਖੋ ਰਿਜ਼ਰਵ ਬੈਂਕ ਆਫ ਇੰਡੀਆ RBI ਇਜ਼ ਇੰਡੀਆਜ਼ ਸੈਂਟਰਲ ਬੈਂਕ। ਇੰਡੀਆ ਦਾ ਸੈਂਟਰਲ ਬੈਂਕ ਆ ਜਿਹਨੂੰ ਪੰਜਾਬੀ ਦੇ ਵਿੱਚ ਕੇਂਦਰੀ ਬੈਂਕ ਵੀ ਕਿਹਾ ਜਾਂਦਾ। ਉਹਦਾ ਨਾਮ ਕੀ ਆ RBI। RBI ਦੀ ਫੁੱਲ ਫਾਰਮ ਕੀ ਆ ਰਿਜ਼ਰਵ ਬੈਂਕ ਆਫ ਇੰਡੀਆ ਵਿਚ ਕੰਟਰੋਲਸ ਦਾ ਇਸ਼ੂ ਐਂਡ ਕਰੰਸੀ ਆਫ ਦਾ ਇੰਡੀਅਨ ਰੁਪੀਜ਼। ਠੀਕ ਹੈ, ਇਹ ਕੀ ਕਰਦਾ ਕੀ ਕੰਟਰੋਲ ਕਰਦਾ। ਇਸ਼ੂ ਕਰਨਾ ਮਤਲਬ ਕਰੰਸੀ ਨੋਟਸ ਜਿਹੜੇ ਆਪਣੇ ਇੰਡੀਅਨ ਰੁਪੀਜ਼ ਆ। ਠੀਕ ਹੈ, ਇੰਡੀਅਨ ਕਰੰਸੀ ਆ ਉਹਨੂੰ ਰੁਪੀਜ਼ ਬੋਲਦੇ ਹਾਂ ਆਪਾਂ। ਉਹਨੂੰ ਇਸ਼ੂ ਕਰਦਾ ਮਤਲਬ ਉਹਨੂੰ ਜਾਰੀ ਕਰਦਾ ਅਤੇ ਉਹਦੀ ਸਪਲਾਈ ਨੂੰ ਕੰਟਰੋਲ ਦੇ ਵਿੱਚ ਰੱਖਦਾ। ਠੀਕ ਹੈ, RBI ਇਜ਼ ਦਾ ਰੈਗੂਲੇਸ਼ਨ ਆਫ ਇੰਟਾਇਰ ਬੈਂਕਿੰਗ ਇਨ ਦਾ ਇੰਡੀਆ। ਠੀਕ ਹੈ, RBI ਦਾ ਹੋਰ ਦੂਸਰਾ ਕੀ ਕੰਮ ਆ ਕੀ ਕਹਿੰਦੇ ਆ ਵੀ ਬੈਂਕਿੰਗ ਸਿਸਟਮ ਆ ਜਿਹੜਾ ਆਪਣੀ ਇੰਡੀਆ ਦਾ ਉਹਨੂੰ ਰੈਗੂਲੇਟ ਕਰਦਾ, ਉਹਦੇ ਨਿਯਮ ਬਣਾਉਂਦਾ ਅਤੇ ਉਹ ਇਹਦੇ ਅਕੋਰਡਿੰਗ ਹੀ ਕੰਮ ਕਰਦੇ ਆ ਸੈਂਟਰਲ ਬੈਂਕ ਦੇ ਅਕੋਰਡਿੰਗ। ਦੇਖੋ RBI plays an important part in the development strategy of government of India। ਗੌਰਮੈਂਟ ਆਫ ਇੰਡੀਆ ਮਤਲਬ ਜਿਹੜੀ ਭਾਰਤੀ ਸਰਕਾਰ ਸਟ੍ਰੈਟਜੀਜ਼ ਬਣਾਉਂਦੀਆਂ ਮਤਲਬ ਉਹ ਯੋਜਨਾਵਾਂ ਬਣਾਉਂਦੀਆਂ ਕਾਹਦੇ ਲਈ ਵਿਕਾਸ ਕਰਨ ਦੇ ਲਈ ਆਪਣੇ ਦੇਸ਼ ਦੀ ਡਿਵੈਲਪਮੈਂਟ ਕਰਨ ਲਈ। ਉਹਦੇ ਵਿੱਚ ਜਿਹੜਾ RBI ਆ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਆ ਜਿਹੜਾ ਪਲੇ ਕਰਦਾ। ਇਸ ਤੋਂ ਬਿਨਾਂ ਕੁਝ ਹੋਰ ਗੱਲਾਂ ਜੋ RBI ਬਾਰੇ ਪਤਾ ਹੋਣੀਆਂ ਚਾਹੀਦੀਆਂ ਆਪਾਂ ਨੂੰ। ਫਸਟ ਕੀ ਆ ਇਹਦੇ ਹੈੱਡਕੁਆਟਰਸ ਕਿੱਥੇ ਆ, ਇਹ ਕਿੱਥੇ ਲੋਕੇਟਡ ਆ। ਠੀਕ ਹੈ, ਮੁੰਬਈ ਮਹਾਰਾਸ਼ਟਰ ਇੰਡੀਆ। ਜਿਹੜਾ RBI ਬੈਂਕ ਆਪਣੇ ਦੇਸ਼ ਦਾ ਸੈਂਟਰਲ ਬੈਂਕ ਆ। ਠੀਕ ਹੈ, ਉਹ ਮੁੰਬਈ ਦੇ ਵਿੱਚ ਆ ਜਿਹਦੀ ਸਟੇਟ ਕੀ ਆ ਮਹਾਰਾਸ਼ਟਰ। ਠੀਕ ਹੈ, ਇੰਡੀਆ ਦੇ ਵਿੱਚ। ਦੈਨ ਇਹਨੂੰ ਇਸਟੈਬਲਿਸ਼ ਕਿੰਨੇ ਵਿੱਚ ਕੀਤਾ ਗਿਆ ਸੀਗਾ, ਇਹ ਸਭ ਤੋਂ ਪਹਿਲਾਂ ਕਿੰਨੇ 'ਚ ਇਸਟੈਬਲਿਸ਼ ਹੋਇਆ ਸੀ 1 ਅਪ੍ਰੈਲ 1935 ਦੇ ਵਿੱਚ। ਠੀਕ ਹੈ, ਇਹ ਪੂਰੀ ਤਰ੍ਹਾਂ ਨਾਲ ਯਾਦ ਕਰ ਲੈਣਾ ਬਹੁਤ ਹੀ ਇੰਪੋਰਟੈਂਟ ਆ। ਤੁਹਾਨੂੰ ਪੁੱਛ ਲਿਆ ਜਾ ਸਕਦਾ ਵੀ RBI ਦੀ ਕੀ ਆ ਇਸਟੈਬਲਿਸ਼ ਕਦੋਂ ਹੋਇਆ ਸੀਗਾ। ਠੀਕ ਹੈ, ਇਹ ਕਦੋਂ ਹੋਇਆ ਸੀ 1 ਅਪ੍ਰੈਲ 1935 ਦੇ ਵਿੱਚ ਇਹ ਕੀ ਇਸਟੈਬਲਿਸ਼ ਹੋਇਆ ਸੀ। ਠੀਕ ਹੈ, ਅੱਜ ਤੋਂ ਕਿੰਨੇ ਸਾਲ ਪਹਿਲਾਂ 85 ਸਾਲ ਪਹਿਲਾਂ। ਹੁਣ ਇਹਦੇ ਕਰੰਟ ਜਿਹੜੇ ਗਵਰਨਰ ਆ ਜੋ ਇਹਨਾਂ ਨੂੰ ਚਲਾ ਰਹੇ ਆ, ਇਸ ਸੈਂਟਰਲ ਬੈਂਕ ਨੂੰ ਚਲਾ ਰਹੇ ਆ, ਉਹ ਕੌਣ ਹੈ ਸ਼ਕਤੀਕਾਂਤ ਦਾਸ। ਠੀਕ ਹੈ, ਸ਼ਕਤੀਕਾਂਤ ਦਾਸ ਆ ਕੀ ਇਹਦੇ ਗਵਰਨਰ ਆ ਜਿਹੜੇ ਕਿ ਕਰੰਟ ਆ। ਠੀਕ ਹੈ, ਕਰੰਸੀ ਕਿਹੜੀ ਆ ਇੰਡੀਅਨ ਰੁਪੀਜ਼। ਆਪਾਂ ਨੂੰ ਪਤਾ ਆਪਾਂ ਇੰਡੀਅਨ ਰੁਪੀਜ਼ ਨੂੰ ਆਹ ਵਾਲੀ ਫਾਰਮ ਦੇ ਨਾਲ ਕੀ ਆ ਡਿਨੋਟ ਕਰਦੇ ਹਾਂ। ਠੀਕ ਹੈ, ਇਹਨੂੰ ਇੰਡੀਅਨ ਰੁਪੀਜ਼ ਕਿਹਾ ਜਾਂਦਾ ਜੋ ਇੰਡੀਆ ਦੇ ਵਿੱਚ ਕਰੰਸੀ ਚੱਲ ਰਹੀ ਹੈ। ਠੀਕ ਹੈ, ਹੁਣ ਆਪਾਂ ਨੂੰ ਦੇਖਿਆ ਹੋਊਗਾ ਆਪਾਂ ਜੋ ਵੀ ਸਿੱਕੇ ਵਗੈਰਾ ਆਪਣੀ ਇੰਡੀਅਨ ਕਰੰਸੀ ਰੁਪੀਜ਼ 'ਤੇ ਹੁੰਦੇ ਆ ਉਹਦੇ ਉੱਤੇ ਪਹਿਲਾਂ ਦੇਵਨਾਗਰੀ ਮਤਲਬ ਹਿੰਦੀ ਭਾਸ਼ਾ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਔਰ ਨੀਚੇ ਰਿਜ਼ਰਵ ਬੈਂਕ ਆਫ ਇੰਡੀਆ ਇੰਗਲਿਸ਼ ਵਿੱਚ ਲਿਖਿਆ ਹੁੰਦਾ। ਠੀਕ ਹੈ, ਟਾਈਗਰ ਕੀ ਆ ਕੀ ਸ਼ੋਅ ਕਰ ਰਿਹਾ, ਇਹ ਆਪਣਾ ਨੈਸ਼ਨਲ ਜਿਹੜਾ ਐਨੀਮਲ ਆ ਬੰਗਾਲ ਟਾਈਗਰ। ਠੀਕ ਹੈ, ਇਹ ਗੋ ਸ਼ੇਪ ਦਾ ਹੁੰਦਾ ਅਤੇ ਇਹਦੀ ਸੀਲ ਆ, ਇਹ ਸੀਲ ਮਤਲਬ ਇਹਦੀ ਮੋਹਰ ਕਿੱਦਾਂ ਦੀ ਹੈ ਇੱਦਾਂ। ਇਹ ਆਪਾਂ ਆਮ ਦੇਖਦੇ ਹਾਂ ਆਪਦੀ ਕਰੰਸੀ ਦੇ ਉੱਪਰ ਲੱਗੀ ਹੋਈ। ਅੱਗੇ ਆਪਾਂ ਇਹਦਾ ਮੀਨਿੰਗ ਦੇਖਦੇ ਹਾਂ। ਮੀਨਿੰਗ ਆਫ ਸੈਂਟਰਲ ਬੈਂਕ it will not be wrong to say that there have been 3 great inventions of man since the beginning of the time, fire wheel and the central bank। ਕਹਿੰਦੇ ਇਹ ਕਹਿਣਾ ਗਲਤ ਨਹੀਂ ਹੋਊਗਾ ਆਪਣੇ ਦੇਸ਼ ਜਦੋਂ ਆਪਣੀ ਜਿਹੜੀ ਦੁਨੀਆ ਜਿਹੜਾ ਵਰਲਡ ਸਟਾਰਟ ਹੋਇਆ ਉਦੋਂ ਤੋਂ ਪਹਿਲਾਂ 3 ਤਰ੍ਹਾਂ ਦੀਆਂ ਇਨਵੈਂਸ਼ਨਸ ਹੋਈਆਂ। ਇੱਕ ਅੱਗ ਇਨਵੈਂਸ਼ਨ 'ਚ ਆਈ, ਜਿਹੜੇ ਵੀਲਸ ਆ ਉਹ ਇਨਵੈਂਸ਼ਨ 'ਤੇ ਆਈ, ਅਤੇ ਤੀਸਰਾ ਜਿਹੜਾ ਕਿ ਸੈਂਟਰਲ ਬੈਂਕ ਹੋਇਆ ਜਿਹਨੇ ਕਿ ਆਪਣੇ ਦੇਸ਼ ਦੀ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਸਿਸਟਮ ਨੂੰ ਬਦਲ ਕੇ ਰੱਖ ਦਿੱਤਾ। ਠੀਕ ਹੈ, ਸੈਂਟਰਲ ਬੈਂਕ ਵੀ ਉਹਨਾਂ ਇਨਵੈਂਸ਼ਨ ਦੇ ਵਿੱਚੋਂ ਉਹਨਾਂ ਖੋਜਾਂ ਦੇ ਵਿੱਚੋਂ ਇੱਕ ਆ। ਅੱਗੇ ਦੇਖੋ ਐਜ਼ ਅ ਮੈਟਰ ਆਫ ਫੈਕਟ ਇਨ ਈਚ ਐਂਡ ਐਵਰੀ ਕੰਟਰੀ ਦੇਅਰ ਇਜ਼ ਏ ਵਨ ਬੈਂਕ ਵਿਚ ਇਜ਼ ਦਾ ਲੀਡਰ ਆਫ ਦਾ ਐਕਟੀਵਿਟੀਜ਼ ਆਫ ਦਾ ਕਮਰਸ਼ੀਅਲ ਬੈਂਕਸ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਹਰੇਕ ਦੇਸ਼ ਦੇ ਕੋਲ ਆਪਣਾ ਕੀ ਹੈ ਇੱਕ ਸੈਂਟਰਲ ਬੈਂਕ ਹੁੰਦਾ। ਸੈਂਟਰਲ ਬੈਂਕ ਕੀ ਕਰਦਾ ਜਿਹੜੇ ਸਾਰੇ ਕਮਰਸ਼ੀਅਲ ਬੈਂਕਸ ਹੁੰਦੇ ਆ ਉਹਨਾਂ ਦੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦਾ, ਅਤੇ ਸੈਂਟਰਲ ਬੈਂਕ ਜਿਹੜਾ ਕੀ ਹੁੰਦਾ ਕਮਰਸ਼ੀਅਲ ਬੈਂਕਸ ਦਾ ਲੀਡਰ ਹੁੰਦਾ। ਠੀਕ ਹੈ, ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਗੇ ਦੇਖੋ ਐਂਡ ਅਦਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਸੱਚ ਆ ਬੈਂਕ ਇਜ਼ ਨੋਨ ਐਜ਼ ਦਾ ਸੈਂਟਰਲ ਬੈਂਕ ਆਫ ਦਾ ਕੰਟਰੀ। ਠੀਕ ਹੈ, ਕੀ ਕਹਿਣਾ ਆਪਾਂ ਜਿਹੜਾ ਵੀ ਬੈਂਕ ਆ ਜਿਹੜਾ ਵੀ ਲੀਡਰ ਹੁੰਦਾ ਉਹਨੂੰ ਸੈਂਟਰਲ ਬੈਂਕ ਕਿਹਾ ਜਾਂਦਾ। ਕੀ ਕਰਦਾ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੁੰਦੇ ਆ ਜਾਂ ਫਿਰ ਕਮਰਸ਼ੀਅਲ ਬੈਂਕਸ ਹੁੰਦੇ ਆ ਉਹਨਾਂ ਨੂੰ ਕੀ ਕਰਦਾ ਕੰਟਰੋਲ ਕਰਦਾ, ਉਹਨੂੰ ਹੀ ਕੀ ਕਿਹਾ ਜਾਂਦਾ ਸੈਂਟਰਲ ਬੈਂਕ
ਕਿਹਾ ਜਾਂਦਾ। ਅੱਗੇ ਦੇਖੋ ਆਪਾਂ ਡਾਇਗਰਾਮ ਦੇ ਨਾਲ ਆਸਾਨੀ ਨਾਲ ਸਮਝ ਸਕਦੇ ਹਾਂ ਵੀ ਸੈਂਟਰਲ ਬੈਂਕ ਦਾ ਕੀ ਰੋਲ ਆ। ਹੁਣ ਆਪਾਂ ਨੂੰ ਪਤਾ ਆਪਾਂ ਇੰਡੀਵਿਜੂਅਲਸ ਆ, ਠੀਕ ਹੈ, ਆਪਾਂ ਹਾਊਸ ਹੋਲਡਸ ਆ, ਇਹ ਪਬਲਿਕ ਆ, ਠੀਕ ਹੈ। ਆਪਾਂ ਕਿਹਨਾਂ ਨਾਲ ਡੀਲ ਕਰਦੇ ਹਾਂ, ਆਪਾਂ ਕਮਰਸ਼ੀਅਲ ਬੈਂਕਸ ਨਾਲ ਡੀਲ ਕਰਦੇ ਹਾਂ। ਕਮਰਸ਼ੀਅਲ ਬੈਂਕਸ ਕਿਹੜੇ ਹੁੰਦੇ ਆ, ਜਿਵੇਂ ਆਪਾਂ ਨੂੰ ਪਤਾ ਹੀ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੈਂਕ ਹੁੰਦੇ ਆ, ਜਿਵੇਂ ਕੇਨਰਾ ਬੈਂਕ, HDFC ਬੈਂਕ, ICICI ਬੈਂਕ, ਠੀਕ ਹੈ, ਐਕਸਿਸ ਬੈਂਕ, ਇਹ ਕੀ ਸਾਰੇ ਕਮਰਸ਼ੀਅਲ ਬੈਂਕਸ ਆ। ਆਪਾਂ ਕੀ ਆ ਸਿੱਧਾ ਇਹਨਾਂ ਨਾਲ ਡੀਲ ਕਰਦੇ ਹਾਂ। ਅਤੇ ਇਹ ਬੈਂਕ ਕਮਰਸ਼ੀਅਲ ਬੈਂਕਸ ਕਿਹਨਾਂ ਨਾਲ ਡੀਲ ਕਰਦੇ ਆ, ਸਿੱਧਾ ਸੈਂਟਰਲ ਬੈਂਕ ਦੇ ਨਾਲ ਡੀਲ ਕਰਦੇ। ਆਪਾਂ ਸਿੱਧੇ ਤੌਰ 'ਤੇ ਸੈਂਟਰਲ ਬੈਂਕ ਨਾਲ ਡੀਲ ਨਹੀਂ ਕਰ ਸਕਦੇ, ਠੀਕ ਹੈ। ਜਿਹੜੇ ਹਰੇਕ ਦੇਸ਼ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਟ ਆ ਜਾਂ ਫਿਰ ਕਮਰਸ਼ੀਅਲ ਬੈਂਕਸ ਆ, ਇਹ ਕਿਹਦੇ ਨਾਲ ਡੀਲ ਕਰਦੇ ਆ, ਕਮਰਸ਼ੀਅਲ ਬੈਂਕ ਨਾਲ ਡੀਲ ਕਰਦੇ ਆ, ਠੀਕ ਹੈ। ਇਸ ਤੋਂ ਬਿਨਾਂ ਜਿਹੜੀ ਗੌਰਮੈਂਟ ਹੁੰਦੀ ਆ, ਆਪਣੇ ਦੇਸ਼ ਦੀ ਸਰਕਾਰ ਹੁੰਦੀ ਆ, ਠੀਕ ਹੈ, ਉਹ ਵੀ ਕੀ ਆ ਸੈਂਟਰਲ ਬੈਂਕ ਦੇ ਨਾਲ ਡੀਲ ਕਰਦਾ। ਸੈਂਟਰਲ ਬੈਂਕ ਨੂੰ ਸਰਵ ਉੱਚਮ ਬੈਂਕ ਵੀ ਕਿਹਾ ਜਾਂਦਾ ਹੈ, ਜੋ ਕਿ ਕੇਂਦਰੀ ਬੈਂਕ ਹੁੰਦਾ ਇੱਕ ਦੇਸ਼ ਦਾ। ਇਸ ਤੋਂ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਸੈਂਟਰਲ ਬੈਂਕ ਇਜ਼ ਐਨ ਅਪੈਕਸ ਇੰਸਟੀਟਿਊਸ਼ਨ ਆਫ ਦਾ ਮੋਨੀਟਰੀ ਐਂਡ ਦਾ ਬੈਂਕਿੰਗ ਸਟਰਕਚਰ ਆਫ ਦਾ ਕੰਟਰੀ। ਆਪਣੀ ਕੰਟਰੀ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦਾ ਜਿਹੜੇ ਮੋਨੀਟਰੀ ਜਾਂ ਫਿਰ ਬੈਂਕਿੰਗ ਸਟਰਕਚਰ ਹੁੰਦਾ, ਠੀਕ ਹੈ, ਉਹਨਾਂ ਦਾ ਸਭ ਤੋਂ ਅਪੈਕਸ ਮਤਲਬ ਸਿਖਰ 'ਤੇ ਜਾਂ ਟੌਪ 'ਤੇ ਜਿਹੜਾ ਇੰਸਟੀਟਿਊਸ਼ਨ ਸਭ ਤੋਂ ਵੱਡਾ ਹੁੰਦਾ, ਸਰਵ ਉੱਤਮ ਹੁੰਦਾ, ਉਹ ਕੀ ਹੈ, ਸੈਂਟਰਲ ਬੈਂਕ ਉਹਨੂੰ ਕਿਹਾ ਜਾਂਦਾ, ਠੀਕ ਹੈ। ਇਹ ਕੀ ਕਰਦਾ, ਇਟ ਕੰਟਰੋਲਸ ਐਂਡ ਰੈਗੂਲੇਟਸ। ਕੰਟਰੋਲਸ ਮਤਲਬ ਉਹਨਾਂ ਦੀ ਪ੍ਰੋਬਲਮਸ ਨੂੰ ਕੰਟਰੋਲ ਕਰਦਾ, ਠੀਕ ਹੈ। ਰੈਗੂਲੇਟਸ ਮਤਲਬ ਉਹਨਾਂ ਦੇ ਨਿਯਮ ਵਗੈਰਾ ਬਣਾਉਂਦਾ। ਦਾ ਵਰਕਿੰਗ ਆਫ ਦਾ ਮੋਨੀਟਰੀ ਸਿਸਟਮ ਆਫ ਦਾ ਕੰਟਰੀ। ਕਿਸੇ ਵੀ ਕੰਟਰੀ ਦੇ ਜਿਹੜਾ ਮੋਨੀਟਰੀ ਸਿਸਟਮ ਕੰਮ ਕਰ ਰਿਹਾ, ਠੀਕ ਹੈ। ਮੋਨੀਟਰੀ ਸਿਸਟਮ ਮਤਲਬ ਕੋਈ ਵੀ ਸੰਸਥਾ, ਵਿੱਤੀ ਸੰਸਥਾ, ਠੀਕ ਹੈ, ਜੋ ਪੈਸੇ ਨਾਲ ਰਿਲੇਟ ਕਰਦੇ ਜੋ ਵੀ ਕੰਮ ਹੁੰਦੇ ਆ, ਉਹਨਾਂ ਨੂੰ ਕੌਣ ਕੰਟਰੋਲ ਕਰਦਾ, ਸੈਂਟਰਲ ਬੈਂਕ ਹੀ ਕੰਟਰੋਲ ਕਰਦਾ। ਸੈਂਟਰਲ ਬੈਂਕ ਆਲਸੋ ਫੰਕਸ਼ਨਸ ਐਜ਼ ਅ ਬੈਂਕਰ ਆਫ ਦਾ ਗੌਰਮੈਂਟ। ਆਪਾਂ ਜਿਵੇਂ ਉੱਪਰ ਹੀ ਪੜ੍ਹਿਆ ਸੀ ਵੀ ਇਹ ਕਿਹਦਾ ਬੈਂਕ ਆ, ਇਹ ਸਰਕਾਰ ਦਾ ਵੀ ਬੈਂਕ ਆ। ਆਪਾਂ ਨੂੰ ਪਤਾ ਜਿਹੜੀਆਂ ਸਰਕਾਰਾਂ ਵਾ ਉਹ ਆਪਣੇ ਬੈਂਕਸ ਦੇ ਨਾਲ ਡੀਲ ਨਹੀਂ ਕਰਦੀਆਂ, ਉਹ ਕਮਰਸ਼ੀਅਲ ਬੈਂਕਸ ਦੇ ਨਾਲ ਡੀਲ ਨਹੀਂ ਕਰਦੀਆਂ, ਉਹ ਸਿੱਧਾ ਕੀ ਆ ਸੈਂਟਰਲ ਬੈਂਕ ਦੇ ਵਿੱਚ ਆਪਣੀ ਜਮ੍ਹਾਂ ਰਾਸ਼ੀ ਕਰਵਾਉਂਦੀ ਹੈ ਜਾਂ ਫਿਰ ਉਧਾਰ ਵਗੈਰਾ ਗੌਰਮੈਂਟ ਇਹਨਾਂ ਤੋਂ ਹੀ ਲੈਂਦੀ ਆ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਗੌਰਮੈਂਟ ਦਾ ਬੈਂਕ ਆ ਉਹ ਵੀ ਕੀ ਆ, RBI ਆ, ਜਾਂ ਫਿਰ ਕਿਸੇ ਵੀ ਦੇਸ਼ ਦਾ ਸੈਂਟਰਲ ਬੈਂਕ ਉਹ ਦੇਸ਼ ਦਾ, ਉਸ ਦੇਸ਼ ਦੀ ਜਿਹੜੀ ਸਰਕਾਰ ਆ ਉਹਦਾ ਕੀ ਆ ਬੈਂਕ ਹੁੰਦਾ। ਇਟ ਇਸ਼ੂਜ਼ ਕਰੰਸੀ ਨੋਟਸ ਔਨ ਦਾ ਬਿਹਾਫ ਆਫ ਦਾ ਗੌਰਮੈਂਟ। ਇਹ ਗੌਰਮੈਂਟ ਦੇ ਬਿਹਾਫ 'ਤੇ, ਠੀਕ ਹੈ, ਉਹਦੇ ਅੰਡਰ ਕੀ ਕਰਦਾ ਵਾ, ਨੋਟ ਨੂੰ ਇਸ਼ੂ ਕਰਦਾ। RBI ਕੀ ਕਰਦਾ, ਨੋਟ ਨੂੰ ਇਸ਼ੂ ਕਰਦਾ, ਨੋਟ ਬਣਾਉਂਦਾ। ਇਸ ਤੋਂ ਅੱਗੇ ਆਪਾਂ ਇਹਦੀ ਡੈਫੀਨੇਸ਼ਨਸ ਦੇਖਦੇ ਹਾਂ। ਦੇਖੋ ਇਹਦੀ ਡੈਫੀਨੇਸ਼ਨ ਆ, ਸੈਂਟਰਲ ਬੈਂਕ ਇਜ਼ ਆ ਬੈਂਕ ਵਿਚ ਕੌਨਸਟੀਟਿਊਟਸ। ਮਤਲਬ ਸੈਂਟਰਲ ਬੈਂਕ ਉਹ ਬੈਂਕ ਹੁੰਦਾ ਵਿਚ ਕੌਨਸਟੀਟਿਊਟਸ, ਮਤਲਬ ਇਹਦਾ ਗਠਨ ਕਿਉਂ ਕੀਤਾ ਗਿਆ, ਕਿਉਂ ਬਣਾਇਆ ਗਿਆ। ਦਾ ਅਪੈਕਸ ਆਫ ਮੋਨੀਟਰੀ ਐਂਡ ਬੈਂਕਿੰਗ ਸਟਰਕਚਰ ਆਫ ਇਟਸ ਕੰਟਰੀ। ਕਿਉਂਕਿ ਉਹ ਕੀ ਹੁੰਦਾ, ਇੱਕ ਇੰਸਟੀਟਿਊਸ਼ਨ ਹੁੰਦਾ ਜੋ ਕਿ ਬਿਲਕੁਲ ਟੌਪ 'ਤੇ ਹੁੰਦਾ, ਜੋ ਕੀ ਕਰਦਾ ਮੋਨੀਟਰੀ ਅਤੇ ਬੈਂਕਿੰਗ ਸਟਰਕਚਰ ਨੂੰ ਕੀ ਕਰਦਾ, ਕੰਟਰੋਲ ਕਰਦਾ। ਅਤੇ ਇਹ ਉਹਨਾਂ ਦਾ ਸਰਵ ਉੱਚਮ ਸੰਸਥਾ ਹੁੰਦੀ ਹੈ, ਠੀਕ ਹੈ, ਕਿਸੇ ਵੀ ਦੇਸ਼ ਦੀ। ਇਸ ਤੋਂ ਅੱਗੇ ਦੇਖੋ, ਸੈਂਟਰਲ ਬੈਂਕ ਰੈਗੂਲੇਟਸ ਦਾ ਕ੍ਰੈਡਿਟ ਇਨ ਦਾ ਇਕੋਨਮੀ, ਠੀਕ ਹੈ। ਜਿਹੜਾ ਸੈਂਟਰਲ ਬੈਂਕ ਉਹ ਕੀ ਕਰਦਾ, ਰੈਗੂਲੇਟ ਕਰਦਾ, ਕਿਹਨੂੰ ਕੰਟਰੋਲ ਕਰਦਾ, ਕ੍ਰੈਡਿਟ ਮਤਲਬ ਪੈਸਿਆਂ ਨੂੰ, ਇਨ ਦਾ ਇਕੋਨਮੀ, ਆਪਣੀ ਸਾਰੀ ਇਕੋਨਮੀ ਦੇ ਵਿੱਚ ਸੈਂਟਰਲ ਬੈਂਕ ਕੀ ਕਰਦਾ, ਕ੍ਰੈਡਿਟ ਨੂੰ ਰੈਗੂਲੇਟ ਕਰਦਾ। ਕ੍ਰੈਡਿਟ ਮਤਲਬ ਪੈਸਾ, ਪੂੰਜੀ, ਠੀਕ ਹੈ, ਕੋਈ ਵੀ ਆਪਣਾ ਜਿਹੜਾ ਮਨੀ ਦੇ ਨਾਲ ਰਿਲੇਟ ਹੁੰਦਾ, ਠੀਕ ਹੈ। ਸੋ ਦੈਟ ਤਾਂ ਕਿ ਕਾਹਤੋਂ ਰੈਗੂਲੇਟ ਕਰਦਾ, ਤਾਂ ਕਿ objectives of full employment, price stability, ਐਕਸਚੇਂਜ ਰੇਟ ਸਟੈਬਿਲਿਟੀ, ਇਕਨੋਮਿਕ ਗਰੋਥ ਮੇ ਬੀ ਅਚੀਵਡ। ਕਿਉਂਕਿ ਆਪਣੀ ਸਰਕਾਰ ਦੇ ਅੱਗੇ ਕੁਝ ਗੋਲ ਹੁੰਦੇ ਆ, ਕੁਝ ਉਦੇਸ਼ ਹੁੰਦੇ ਆ, ਕੁਝ ਓਬਜੈਕਟਿਵ ਹੁੰਦੇ ਆ, ਜਿਵੇਂ ਕਿ ਪ੍ਰਾਈਸ ਦੇ ਵਿੱਚ ਸਟੇਬਿਲਿਟੀ ਰੱਖਣਾ, ਠੀਕ ਹੈ, ਐਕਸਚੇਂਜ ਰੇਟ ਵਿੱਚ ਸਟੇਬਿਲਿਟੀ ਰੱਖਣਾ, ਠੀਕ ਹੈ, ਇਕਨੋਮਿਕ ਗਰੋਥ ਸਭ ਤੋਂ ਇੰਪੋਰਟੈਂਟ ਪੁਆਇੰਟ ਆ। ਇਹਨੂੰ ਅਚੀਵ ਕਰਨ ਦੇ ਲਈ ਕੀ ਆ, ਜਿਹੜੀ ਆਪਣੀ ਸੈਂਟਰਲ ਬੈਂਕ ਆ ਉਹ ਕੀ ਕਰਦਾ, ਕ੍ਰੈਡਿਟ ਨੂੰ ਰੈਗੂਲੇਟ ਕਰਦਾ ਅਤੇ ਕੰਟਰੋਲ ਕਰਦਾ। ਸੋ ਅੱਗੇ ਆਪਾਂ ਇਹਦੇ ਫੰਕਸ਼ਨਸ ਨੂੰ ਕੀ ਕਰਦੇ ਹਾਂ, ਡਿਸਕ੍ਰਾਈਬ ਕਰਦੇ ਹਾਂ। ਫੰਕਸ਼ਨਸ ਆਫ ਸੈਂਟਰਲ ਬੈਂਕ, ਫਸਟ ਫੰਕਸ਼ਨ ਕੀ ਆ, ਮੋਨੋਪਲੀ ਆਫ ਦਾ ਨੋਟ ਇਸ਼ੂ। ਮੋਨੋਪਲੀ ਕੀ ਹੁੰਦਾ, ਮੋਨੋ ਦਾ ਮਤਲਬ ਹੁੰਦਾ ਇੱਕ ਸਿੰਗਲ ਅਤੇ ਵਨ, ਪੋਲੀ ਮਤਲਬ ਸੈਲਰ, ਠੀਕ ਹੈ। ਇਸ ਤੋਂ ਕਲੀਅਰ ਹੋ ਜਾਂਦਾ ਵੀ ਸੈਂਟਰਲ ਬੈਂਕ ਆ ਉਹਦੇ ਕੋਲ ਮੋਨੋਪਲੀ ਆ, ਉਹ ਇੱਕੋ ਇੱਕ ਉਹਦੇ ਕੋਲ ਅਧਿਕਾਰ ਆ, ਠੀਕ ਹੈ, ਉਹ ਇੱਕੋ ਇੱਕ ਅਧਿਕਾਰੀ ਆ ਕਾਹਦਾ, ਨੋਟ ਇਸ਼ੂ ਕਰਨ ਦਾ, ਮਤਲਬ ਕਰੰਸੀ ਨੂੰ ਛਾਪਣ ਦਾ, ਨੋਟ ਨੂੰ ਬਣਾਉਣ ਦਾ, ਠੀਕ ਹੈ। ਦੇਖੋ ਦਾ ਮੋਸਟ ਇੰਪੋਰਟੈਂਟ ਫੰਕਸ਼ਨ ਸੈਂਟਰਲ ਬੈਂਕ ਆਫ ਦਾ ਕੰਟਰੀ ਇਜ਼ ਟੂ ਇਸ਼ੂ ਦਾ ਕਰੰਸੀ ਨੋਟਸ, ਠੀਕ ਹੈ। ਸਭ ਤੋਂ ਇੰਪੋਰਟੈਂਟ ਕੰਮ ਕੀ ਆ, ਕਿਸੇ ਵੀ ਕੰਟਰੀ ਦੇ ਸੈਂਟਰਲ ਬੈਂਕ ਦਾ ਕੀ ਆ,
ਜਿਹੜੀ ਕਰੰਸੀ ਨੋਟ ਆ ਉਹਨੂੰ ਇਸ਼ੂ ਕਰਨਾ। ਸੈਂਟਰਲ ਬੈਂਕ ਹੈਜ਼ ਅ ਮੋਨੋਪਲੀ ਓਵਰ ਨੋਟ ਇਸ਼ੂ ਇਨ ਦਾ ਕੰਟਰੀ, ਠੀਕ ਹੈ। ਇਹਦੇ ਕੋਲ ਮੋਨੋਪਲੀ ਹੁੰਦੀ ਹੈ, ਮਤਲਬ ਇੱਕੋ ਇੱਕ ਕੀ ਹੁੰਦਾ, ਅਧਿਕਾਰੀ ਹੁੰਦਾ ਜੋ ਕਿ ਨੋਟ ਨੂੰ ਇਸ਼ੂ ਕਰਦਾ। ਆਪਾਂ ਨੂੰ ਪਤਾ ਹੋਰ ਕੋਈ ਵੀ ਬੈਂਕ ਆ ਜਿਹੜੇ ਨੋਟ ਨਹੀਂ ਛਾਪ ਸਕਦੇ, ਸਿਰਫ ਕੀ ਹੈ ਸੈਂਟਰਲ ਬੈਂਕ ਹੀ ਨੋਟਾਂ ਨੂੰ ਛਾਪਦਾ ਵਾ। ਕਰੰਸੀ ਨੋਟਸ issued by the central bank are in the form of unlimited legal tender। ਆਪਾਂ ਪਹਿਲਾਂ ਵੀ ਪੜ੍ਹਿਆ ਸੀ, ਮਤਲਬ ਜਿਹੜੇ ਸੈਂਟਰਲ ਬੈਂਕ ਦੁਆਰਾ ਨੋਟ ਛਾਪੇ ਜਾਂਦੇ ਆ ਉਹਨਾਂ ਦੀ ਪੇਮੈਂਟ ਕੋਈ ਵੀ ਸਵੀਕਾਰਨ ਕਰਨ ਤੋਂ ਮਨਾ ਨਹੀਂ ਕਰ ਸਕਦਾ। ਉਹ ਉਹਨਾਂ ਨੂੰ ਦੇ ਕੇ, ਉਹਨਾਂ ਨੂੰ ਪੇਮੈਂਟਸ ਦੇ ਕੇ ਕਿਸੇ ਲੋਕਾਂ ਤੋਂ ਵਸਤੂਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ। ਹੁਣ ਆਪਾਂ ਨੂੰ ਰੀਜ਼ਨਸ ਪਤਾ ਹੋਣੇ ਚਾਹੀਦੇ ਆ ਵੀ ਕਿਉਂ ਇਹਨਾਂ ਕੋਲ ਮੋਨੋਪਲੀ ਕਿਉਂ ਆ ਸੈਂਟਰਲ ਬੈਂਕ ਕੋਲ। ਦੇਖੋ ਜਿਵੇਂ ਫਸਟ ਪੁਆਇੰਟ ਹੈ, ਇਟ ਇਨਸ਼ੋਰਸ ਯੂਨੀਫਾਰਮਿਟੀ ਇਨ ਦਾ ਮੋਨੀਟਰੀ ਸਿਸਟਮ ਆਫ ਦਾ ਕੰਟਰੀ। ਕਿਸੇ ਵੀ ਦੇਸ਼ ਦੇ ਮੋਨੀਟਰੀ ਸਿਸਟਮ ਦੇ ਵਿੱਚ ਕੀ ਹੈ, ਇਨਸ਼ੋਰ ਕਰਦਾ, ਇਹ ਪੱਕੇ ਤੌਰ 'ਤੇ ਦੱਸਦਾ ਵੀ ਉਹਦੇ ਵਿੱਚ ਯੂਨੀਫਾਰਮਿਟੀ ਹੈ, ਮਤਲਬ ਉਹਦੇ ਵਿੱਚ ਇਕਸਾਰਤਾ ਦੇ ਨਾਲ ਕੰਮ ਹੋ ਰਿਹਾ ਸਾਰੀ ਕੰਟਰੀ ਦੇ ਵਿੱਚ, ਠੀਕ ਹੈ। ਇਹ ਕੌਣ ਇਨਸ਼ੋਰ ਕਰਦਾ ਵਾ, ਸੈਂਟਰਲ ਬੈਂਕ। ਤਾਂ ਕਰਕੇ ਇਹਨਾਂ ਨੂੰ ਕੀ ਹੈ, ਮੋਨੋਪਲੀ ਦਾ ਅਧਿਕਾਰ ਦਿੱਤਾ ਗਿਆ। ਸੈਕਿੰਡ ਆ, ਇਫ ਓਨਲੀ ਸੈਂਟਰਲ ਬੈਂਕ ਇਸ਼ੂਜ਼ ਕਰੰਸੀ, ਕਹਿੰਦੇ ਜਿਹੜਾ ਸੈਂਟਰਲ ਬੈਂਕ ਆ ਉਹੀ ਆ ਕੀ ਆ ਇਸ਼ੂ ਕਰਦਾ ਕਿਹਨੂੰ, ਕਰੰਸੀ ਨੂੰ। ਨੋਟਸ ਇਨ ਦਾ ਇਕੋਨਮੀ, ਸਾਰੀ ਇਕੋਨਮੀ ਦੇ ਵਿੱਚ ਇੱਕ ਹੀ ਬੈਂਕ ਆ ਜੋ ਨੋਟ ਨੂੰ ਇਸ਼ੂ ਕਰਦਾ। ਇਟ ਇਨਸ਼ੋਰਸ ਪਬਲਿਕ ਕੌਨਫੀਡੈਂਸ ਇਨ ਦਾ ਕਰੰਸੀ, ਕਹਿੰਦੇ ਇਹਦੇ ਨਾਲ ਕੀ ਹੋ ਜਾਂਦਾ, ਜਿਹੜੀ ਆਪਣੀ ਪਬਲਿਕ ਆ ਜਾਂ ਫਿਰ ਆਪਾਂ ਲੋਕ ਆ ਉਹਨਾਂ ਨੂੰ ਕੌਨਫੀਡੈਂਸ ਹੋ ਜਾਂਦਾ ਵੀ ਇਹ ਕਰੰਸੀ ਦੇ ਰਾਹੀਂ ਆਪਾਂ ਕੀ ਆ ਕਿਸੇ ਵੀ ਚੀਜ਼ ਨੂੰ ਲੈ ਸਕਦੇ ਹਾਂ ਅਤੇ ਕੋਈ ਵੀ ਇਹਨੂੰ ਲੈਣ ਤੋਂ ਮਨਾ ਨਹੀਂ ਕਰ ਸਕਦਾ ਆਪਣੀਆਂ ਪੇਮੈਂਟਸ ਨੂੰ। ਅੱਗੇ ਇਹਦਾ ਥਰਡ ਪੁਆਇੰਟ ਹੈ, ਡਿਊ ਟੂ ਮੋਨੋਪਲੀ ਓਵਰ ਨੋਟ ਇਸ਼ੂ ਮਨੀ ਸਪਲਾਈ ਕੈਨ ਬੀ ਈਜ਼ੀਲੀ ਬੀ ਇਨਕਰੀਜ਼ਡ ਐਂਡ ਡਿਕਰੀਜ਼ਡ ਇਨ ਦਾ ਇਕੋਨਮੀ। ਕਹਿੰਦੇ ਜਿਹੜੀ ਮੋਨੋਪਲੀ ਹੈ ਇਹਦੇ ਕੋਲ, ਸੈਂਟਰਲ ਬੈਂਕ ਕੋਲ ਮੋਨੋਪਲੀ ਆ ਨੋਟ ਛਾਪਣ ਦੀ, ਤਾਂ ਕਰਕੇ ਇਹਨੂੰ ਮਨੀ ਸਪਲਾਈ ਨੂੰ, ਮਤਲਬ ਆਪਣੀ ਇਕੋਨਮੀ ਦੇ ਵਿੱਚ ਇਹ ਈਜ਼ੀਲੀ ਮਨੀ ਸਪਲਾਈ ਨੂੰ ਵਧਾਇਆ ਜਾਂ ਫਿਰ ਘਟਾਇਆ ਜਾ ਸਕਦਾ, ਠੀਕ ਹੈ। ਇਹਨੂੰ ਵੱਧ ਮਨੀ ਸਪਲਾਈ ਦੀ ਨੂੰ ਇਨਕਰੀਜ਼ ਕਿਵੇਂ ਕੀਤਾ ਜਾਂਦਾ, ਮਨੀ ਨੂੰ ਵੱਧ ਛਾਪ ਕੇ, ਠੀਕ ਹੈ। ਅਤੇ ਘਟਾਇਆ ਕਿਵੇਂ ਜਾ ਸਕਦਾ, ਜਦੋਂ ਆਪਾਂ ਮਨੀ ਨੂੰ ਛਾਪਣਾ ਬੰਦ ਕਰਾਂਗੇ, ਠੀਕ ਹੈ। ਕਿਉਂਕਿ ਇੱਕ ਹੀ ਬੰਦੇ ਕੋਲ ਅਧਿਕਾਰ ਹੈ ਸੈਂਟਰਲ ਬੈਂਕ ਕੋਲ, ਤਾਂ ਕਰਕੇ ਉਹ ਕਦੋਂ ਵੀ ਇਹਨੂੰ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦਾ। ਇਸ ਤੋਂ ਅੱਗੇ ਆ, ਬਾਈ ਇਸ਼ੂਇੰਗ ਕਰੰਸੀ ਨੋਟਸ ਦਾ ਸੈਂਟਰਲ ਬੈਂਕ ਅਰਨਸ ਪ੍ਰੋਫਿਟ ਵਿਚ ਗੋਜ਼ ਟੂ ਗੌਰਮੈਂਟ। ਕਹਿੰਦੇ ਇਸ਼ੂ ਕਰਕੇ, ਕਰੰਸੀ ਨੂੰ ਇਸ਼ੂ ਕਰਕੇ ਜੋ ਵੀ ਸੈਂਟਰਲ ਬੈਂਕ ਨੂੰ ਕੀ ਆ ਅਰਨ ਹੁੰਦਾ, ਪ੍ਰੋਫਿਟ ਮਿਲਦਾ, ਉਹ ਕਿਹਦੇ ਕੋਲ ਜਾਂਦਾ, ਗੌਰਮੈਂਟ ਕੋਲ। ਅਤੇ ਗੌਰਮੈਂਟ ਸਪੈਂਡਸ ਦਿਸ ਪ੍ਰੋਫਿਟ ਔਨ ਦਾ ਇਕਨੋਮਿਕ ਡਿਵੈਲਪਮੈਂਟ। ਅਤੇ ਜਿਹੜਾ ਇਹ ਪ੍ਰੋਫਿਟ ਮਿਲਦਾ ਗੌਰਮੈਂਟ ਅੱਗੇ ਕਿਹਦੇ 'ਤੇ ਸਪੈਂਡ ਕਰ ਦਿੰਦੀ ਹੈ, ਕਿਹਦੇ 'ਤੇ ਖਰਚ ਕਰ ਦਿੰਦੀ ਹੈ, ਇਕਨੋਮਿਕ ਡਿਵੈਲਪਮੈਂਟ ਕਰਨ ਦੇ ਵਿੱਚ, ਠੀਕ ਹੈ। ਸੋ ਇਸ ਤਰ੍ਹਾਂ ਆਪਾਂ ਜਿਹੜਾ ਫੰਕਸ਼ਨਸ ਆਫ ਸੈਂਟਰਲ ਬੈਂਕ ਦਾ ਫਸਟ ਪੁਆਇੰਟ ਕਵਰ ਕਰ ਲਿਆ। ਬਾਕੀ ਜਿੰਨੇ ਵੀ ਪੁਆਇੰਟਸ ਰਹਿੰਦੇ ਆ ਉਹ ਆਪਾਂ ਅਗਲੀਆਂ ਵੀਡੀਓਜ਼ 'ਚ ਕੰਪਲੀਟ ਕਰਾਂਗੇ, ਠੀਕ ਹੈ। ਫਿਲਹਾਲ ਲਈ ਤੁਹਾਡਾ ਇੱਕ ਪੁਆਇੰਟ ਹੀ ਕਵਰ ਹੋਇਆ, ਅਤੇ ਅੱਗੇ ਕੱਲ੍ਹ ਆਪਾਂ ਸੈਕਿੰਡ ਜਿਹੜਾ ਉਹਦੇ ਫੰਕਸ਼ਨਸ ਤੋਂ ਫਿਰ ਸਟਾਰਟ ਕਰਾਂਗੇ। ਥੈਂਕ ਯੂ ਸਟੂਡੈਂਟਸ।